ਹਾਲੇ ਜਿਹੜੇ ਰੂਹ ਤੇ ਸੱਚਾਈ ਦੇ ਨਾਲ ਭਗਤੀ ਕਰਨ ਵਾਲੇ ਬੱਚੇ ਆ। ਹਾਲੇਲੂਇਆ। ਇਸ ਕਰਕੇ ਮੈਂ ਕਿਹਾ ਸਾਡੇ ਲਈ ਸਾਰਾ ਇੱਜ਼ਤ ਔਰ ਜਲਾਲ ਜਿਹੜਾ ਆ ਮੇਰੇ ਯਿਸੂ ਮਸੀਹ ਨਾਸਰੀ ਨੂੰ ਮਿਲੇ। ਹਾਲੇਲੂਇਆ। ਸਾਨੂੰ ਨਹੀਂ ਬਲਕਿ ਪ੍ਰਭੂ ਯਿਸੂ ਮਸੀਹ ਨਾਸਰੀ ਨੂੰ ਹਾਲੇਲੂਇਆ ਮਿਲੇ। ਹਾਲੇਲੂਇਆ। ਮੈਂ ਕਿਹਾ ਸਾਨੂੰ ਪਰਮੇਸ਼ਰ ਨੇ ਬੱਚੇ ਬਹੁਤ ਅੱਛੇ ਵਰਸ਼ਿਪ ਕਰਨ ਵਾਲੇ ਕਹਿੰਦੇ ਬਹੁਤ ਹੀ ਅੱਛੀ ਤੁਹਾਡੀ ਵਰਸ਼ਿਪ ਹੁੰਦੀ ਆ। ਜਦੋਂ ਅਸੀਂ ਤੁਹਾਡੀਆਂ ਵੀਡੀਓ ਸੁਣਦੇ ਆ ਤੇ ਦਿਲ ਖੁਸ਼ ਹੋ ਜਾਂਦਾ ਆ। ਹਾਲੇਲੂਇਆ। ਤੇ ਬਹੁਤ ਹੀ ਪਪੂਲਰ ਤੁਹਾਡਾ ਚਰਚ ਹੋ ਰਿਹਾ। ਮੈਂ ਕਿਹਾ ਇਹ ਪਰਮੇਸ਼ਰ ਨੂੰ ਸਾਰਾ ਇੱਜ਼ਤ, ਉਹਦੇ ਨਾਮ ਨੂੰ ਜਲਾਲ, ਉਹਦੇ ਨਾਮ ਦੀ ਬੜਾਈ, ਉਹਦੇ ਨਾਮ ਦੀ ਮਹਿਮਾ। ਹਾਲੇਲੂਇਆ। ਮੈਂ ਕਿਹਾ ਵੀ ਆਰ ਨਥਿੰਗ, ਮੈਂ ਕਿਹਾ ਅਸੀਂ ਕੁਝ ਵੀ ਨਹੀਂ ਆ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਸਾਨੂੰ ਉੱਚਾ ਕਰਦਾ ਤੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਉੱਚਾ ਕਰਨਾ। ਹਾਲੇਲੂਇਆ। ਉਹੀ ਸਾਡਾ ਪਰਮੇਸ਼ਰ ਆ, ਉਹੀ ਸਾਡਾ ਸਭ ਕੁਝ ਆ, ਉਹੀ ਸਾਡਾ ਪਰਮੇਸ਼ਰ ਦਾ ਪਰਮੇਸ਼ਰ, ਪ੍ਰਭੂਆਂ ਦਾ ਪ੍ਰਭੂ, ਰਾਜਾ ਦਾ ਰਾਜਾ ਯਿਸੂ ਨਾਸਰੀ। ਹਾਲੇਲੂਇਆ। ਉਹ ਤੋਂ ਬਿਨਾ ਹੋਰ ਕੋਈ ਪਰਮੇਸ਼ਰ ਹੈ ਨਹੀਂ ਆ ਮੇਰੇ ਜੀਜੋ। ਇੱਕੋ ਇੱਕ ਯਿਸੂ ਮਸੀਹ ਨਾਸਰੀ ਆ ਜਿਹਨੇ ਸਾਡੇ ਵਾਸਤੇ ਆਪਣੀ ਜਾਨ ਜਿਹੜੀ ਆ ਸਲੀਬ ਦੇ ਉੱਪਰ ਦੇ ਦਿੱਤੀ। ਕਿੰਨੇ ਦੁੱਖ ਸਾਡੇ ਲਈ ਚੱਲੇ ਮੇਰੇ ਜੀਜੋ। ਹਾਲੇਲੂਇਆ। ਨਹੀਂ ਤਾਂ ਕੋਈ ਦੁੱਖ ਝੱਲ ਨਹੀਂ ਸਕਦਾ ਸਾਡੇ ਪਾਪਾਂ ਦੀ ਖਾਤਰ, ਸਾਡੇ ਗੁਨਾਹਾਂ ਦੀ ਖਾਤਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਕਿ ਅਸੀਂ ਬਚ ਜਾਈਏ, ਸਾਡੇ ਪਾਪ ਮਾਫ ਹੋ ਜਾਣ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਸਾਨੂੰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਆ ਉਹ ਪ੍ਰਭੂ ਦੇ ਪ੍ਰਭੂ, ਰਾਜਾ ਦੇ ਆਦ ਔਰ ਅੰਤ ਅਲਫਾ ਔਰ ਓਮੇਗਾ ਮੇਰੇ ਜੋ ਉਹਦੀ ਵਰਸ਼ਿਪ ਸਾਨੂੰ ਰੂਹ ਤੇ ਸੱਚਾਈ ਤੇ ਦਿਲ ਦੀਆਂ ਗਹਿਰਾਈਆਂ ਦੇ ਨਾਲ ਕਰਨੀ ਚਾਹੀਦੀ ਆ। ਤਾਂ ਹਮੇਸ਼ਾ ਆਪਣੇ ਦਿਲ ਦੇ ਵਿੱਚ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਰੱਖਣਾ ਚਾਹੀਦਾ। ਜਿਸ ਤਰ੍ਹਾਂ ਮੇਨਕਾ ਨੇ ਗੀਤ ਗਾਇਆ, ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਸਾਡਾ ਯਿਸੂ ਮਸੀਹ ਸਾਡੇ ਨਾਲ ਆ ਤੇ ਸਾਨੂੰ ਸਭ ਕੁਝ ਮਿਲ ਗਿਆ ਮੇਰੇ ਜੀਜੋ। ਹਾਲੇਲੂਇਆ। ਅੱਜ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਣਾ ਕਿ ਤੁਹਾਡੇ ਘਰ ਦੇ ਵਿੱਚ ਬਹੁਤ ਬਰਕਤ ਹੋਵੇਗੀ। ਹਾਲੇਲੂਇਆ। ਕਿੱਦਾਂ ਬਰਕਤ ਹੋਵੇਗੀ ਉਹ ਆਪਾਂ ਪਰਮੇਸ਼ਰ ਦੇ ਵਚਨ ਚੋਂ ਅੱਜ ਦੇਖਣਾ ਕਿ ਬਰਕਤ ਕਿੱਦਾਂ ਹੋਵੇਗੀ ਤੁਹਾਡੇ ਘਰ ਦੇ ਵਿੱਚ। ਹਾਲੇਲੂਇਆ। ਕਈ ਵਾਰੀ ਅਸੀਂ ਸੋਚਦੇ ਹਾਂ, ਕਈ ਵਾਰੀ ਅਸੀਂ ਦੁਆ ਕਰਦੇ ਸਾਡੇ ਘਰ ਦੇ ਵਿੱਚ ਬਰਕਤ ਹੋਵੇ, ਬਰਕਤ ਹੋਵੇ, ਪਰ ਅਸੀਂ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਮੰਨਦੇ ਹੈਗੇ ਮੇਰੇ ਜੀਜੋ। ਹਾਲੇਲੂਇਆ। ਪਰਮੇਸ਼ਰ ਦੇ ਹੁਕਮ ਨੂੰ ਮੰਨਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਤਾਂ ਫੇਰ ਪਰਮੇਸ਼ਰ ਕਹਿੰਦਾ ਆਕਾਸ਼ ਦੀਆਂ ਖਿੜਕੀਆਂ ਖੋਲ ਕੇ ਤੁਹਾਨੂੰ ਬਰਕਤ ਤੇ ਆਸ਼ੀਸ਼ ਦੇਵਾਂਗਾ ਮੇਰੇ ਜੀਜੋ। ਸਭ ਤੋਂ ਪਹਿਲਾਂ ਸਾਨੂੰ ਪਰਮੇਸ਼ਰ ਦਾ ਵਚਨ ਜਿਹੜਾ ਸੁਣਨਾ ਤੇ ਉਹਦੇ ਉੱਪਰ ਚੱਲਣਾ ਤੇ ਉਹਦੇ ਹੁਕਮਾਂ ਨੂੰ ਮੰਨਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਫਿਰ ਸਾਡੇ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋਏਗੀ ਮੇਰੇ ਜੀਜੋ। ਹਾਲੇਲੂਇਆ। ਮੈਂ ਇੱਕ ਖੁਦਾ ਦਾ ਦਾਸ ਹੁੰਦਾ ਹੋਇਆ, ਹਾਲੇਲੂਇਆ, ਅਸੀਂ ਵੀ ਸਿੱਖਿਆ ਤੇ ਗਾਹਾਂ ਅਸੀਂ ਵੀ ਸਾਨੂੰ ਪਰਮੇਸ਼ਰ ਦਾ ਆਤਮਾ ਸਾਨੂੰ ਗਾਈਡ ਕਰ ਰਿਹਾ ਕਿ ਨਹੀਂ, ਮੈਂ ਆਪਣੀ ਕਲੀਸਿਆ ਨੂੰ, ਲੋਕਾਂ ਨੂੰ, ਬੱਚਿਆਂ ਨੂੰ ਦੱਸੋ ਕਿ ਤੁਹਾਡੇ ਘਰ ਵਿੱਚ ਬਰਕਤ ਕਿੱਦਾਂ ਆਏਗੀ। ਹਾਲੇਲੂਇਆ। ਹਾਲੇਲੂਇਆ। ਬਰਕਤ ਜਿਹੜੀ ਆ ਉਹ ਕਿੱਦਾਂ ਆਏਗੀ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਣਾ ਹੈ। ਹਾਲੇਲੂਇਆ। ਹਿਜ਼ਕੀਏਲ ਦੀ ਕਿਤਾਬ ਆਪਾਂ ਪਰਮੇਸ਼ਰ ਦੇ ਵਚਨ ਦੇਖਣੀ ਹੈ। ਹਿਜ਼ਕੀਏਲ ਉਹਦਾ ਹਾਲੇਲੂਇਆ ਉਹਦੀ ਅਸੀਂ 44 ਬਾਬ ਤੇ ਉਹਦੀ ਹਾਲੇਲੂਇਆ 30 ਆਇਤ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਣੀ ਹੈ। ਹਾਲੇਲੂਇਆ। ਹਿਜ਼ਕੀਏਲ ਦੀ ਕਿਤਾਬ ਹਾਲੇਲੂਇਆ 44 ਬਾਬ 44 ਉਹਦੀ ਵਰਸ ਜਿਹੜੀ ਆ ਉਹਦੀ 30 ਹੈ। ਹਾਲੇਲੂਇਆ। ਥੈਂਕ ਯੂ ਜੀਸਸ। ਮੈਂ ਹੀ ਪੜਾਂਗਾ। ਹਾਲੇਲੂਇਆ। ਤੁਸੀਂ ਸਿਰਫ ਦੇਖਣਾ ਆ ਬਚਨ ਦੇ ਵਿੱਚੋਂ ਤੇ ਪੜਾਂਗਾ ਮੈਂ ਹੀ। ਹਾਲੇਲੂਇਆ। ਥੈਂਕ ਯੂ ਜੀਸਸ। ਜਦੋਂ ਮਿਲ ਗਿਆ ਸਾਰੇ ਦੱਸ ਦਿਓ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਦੇਣ। ਹਿਜ਼ਕੀਏਲ ਦੀ ਕਿਤਾਬ ਉਹਦਾ 44 ਬਾਬ ਉਹਦੀ 30 ਆਇਤ ਆਪਾਂ ਪਰਮੇਸ਼ਰ ਦੇ ਵਿੱਚ ਦੇਖਣਾ। ਹਾਲੇਲੂਇਆ। ਥੈਂਕ ਯੂ ਜੀਸਸ। ਗਲੋਰੀ 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 ਗਲੋਰੀ। ਹਾਲੇਲੂਇਆ। ਥੈਂਕ ਯੂ ਜੀਸਸ। ਥੈਂਕ ਯੂ ਜੀਸਸ। ਹਾਲੇਲੂਇਆ। ਹਾਲੇਲੂਇਆ। 44 ਬਾਬ ਦੀ 30 ਆਇਤ ਹਿਜ਼ਕੀਏਲ 44:30 ਹਾਲੇਲੂਇਆ ਲਿਖਿਆ, ਅਤੇ ਸਾਰੀਆਂ ਚੀਜ਼ਾਂ ਦੇ ਪਹਿਲੇ ਫਲ ਦਾ ਪਹਿਲਾ ਹਿੱਸਾ ਜਿਹੜਾ ਤੁਹਾਡੀਆਂ ਸਾਰੀਆਂ ਚੁੱਕਣ ਵਾਲੀਆਂ ਭੇਟਾਂ ਵਿੱਚੋਂ ਹਰ ਚੀਜ਼ ਦੀ ਭੇਟ ਜਾਜਕ ਦੇ ਲਈ ਹੋਵੇਗੀ, ਅਤੇ ਤੁਸੀਂ ਆਪਣੇ ਪਹਿਲੇ ਗੁੰਨੇ ਹੋਏ ਆਟੇ ਵਿੱਚੋਂ ਜਾਜਕਾਂ ਨੂੰ ਦੇਣਾ ਤਾਂ ਜੋ ਤੇਰੇ ਘਰ ਦੇ ਵਿੱਚ ਕੀ ਹੋਵੇ, ਬਰਕਤ ਹੋਵੇ ਮੇਰੇ ਜੀਜੋ। ਹਾਲੇਲੂਇਆ। ਅੱਜ ਅਸੀਂ ਸਿੱਖਣਾ ਆ ਮੇਰੇ ਜੀਜੋ ਕਿ ਸਾਡੇ ਬਚਨ ਦੇ ਵਿੱਚ ਲਿਖਿਆ ਹੈ ਜਿਹੜੇ ਜਾਜਕ ਜਿਹੜੇ ਹੁੰਦੇ ਸੀ ਪਹਿਲਾਂ ਉਹ ਸਿਖਾਉਣ ਵਾਲੇ ਜਾਜਕ ਹੁੰਦੇ ਸੀ ਮੇਰੇ ਜੀਜੋ। ਹਾਲੇਲੂਇਆ। ਕਲੀਸਿਆ ਨੂੰ ਸਿਖਾਉਣ ਵਾਲੇ ਹੁੰਦੇ ਸੀਗੇ, ਸਿੱਖਿਆ ਦਿੰਦੇ ਸੀਗੇ ਕਲੀਸਿਆ ਨੂੰ। ਹਾਲੇਲੂਇਆ। ਜਿਹੜੇ ਖੁਦਾ ਦੇ ਮੰਨਣ ਵਾਲੇ ਲੋਕ ਸੀਗੇ ਉਹਨਾਂ ਨੂੰ ਸਿੱਖਿਆ ਦਿੰਦੇ ਹੁੰਦੇ ਸੀਗੇ। ਤਾਂ ਕੀ ਪਰਮੇਸ਼ਰ ਦੇ ਵਚਨ 'ਚ ਲਿਖਿਆ। ਹਾਲੇਲੂਇਆ। ਅਤੇ ਸਾਰੀਆਂ ਚੀਜ਼ਾਂ ਦੇ ਪਹਿਲੇ ਫਲਾਂ ਦਾ ਪਹਿਲਾ ਹਿੱਸਾ ਮੇਰੇ ਜੀ, ਸਾਰੀਆਂ ਚੀਜ਼ਾਂ ਦਾ ਪਹਿਲਾ ਹਿੱਸਾ ਜਿਹੜਾ ਆ ਉਹ ਜਾਜਕ ਦੇ ਘਰ ਦੇ ਵਿੱਚ ਲੈ ਕੇ ਆਉਂਦੇ ਹੁੰਦੇ ਸੀ। ਹਾਲੇਲੂਇਆ। ਮੈਂ ਨਹੀਂ ਕਹਿ ਰਿਹਾ ਬਲਕਿ ਪਰਮੇਸ਼ਰ ਦਾ ਵਚਨ ਸਾਨੂੰ ਸਾਰਿਆਂ ਨੂੰ ਸਿਖਾ ਰਿਹਾ ਹੈ। ਹਾਲੇਲੂਇਆ। ਹਾਲੇਲੂਇਆ। ਚੁੱਕਣ ਵਾਲੀਆਂ ਭੇਟਾਂ ਵਿੱਚੋਂ ਹਰ ਚੀਜ਼ ਦੀ ਭੇਟ ਜਾਜਕ ਦੇ ਲਈ ਹੋਵੇਗੀ। ਹਾਲੇਲੂਇਆ। ਅਤੇ ਤੁਸੀਂ ਆਪਣੇ ਪਹਿਲੇ ਗੁੰਨੇ ਹੋਏ ਆਟੇ ਵਿੱਚੋਂ
ਜਾਜਕ ਨੂੰ ਦੇਣਾ ਤਾਂ ਜੋ ਤੇਰੇ ਘਰ ਦੇ ਵਿੱਚ ਬਰਕਤ ਹੋਵੇ। ਕਹਿਣ ਦਾ ਮਤਲਬ ਆ ਕਿ ਘਰ ਦੇ ਵਿੱਚ ਕੋਈ ਵੀ ਚੀਜ਼ ਆਉਂਦੀ ਆ ਉਹਦਾ ਪਹਿਲਾ ਹਿੱਸਾ ਜਿਹੜਾ ਆ ਉਹ ਖੁਦਾ ਦੇ ਘਰ ਦੇ ਵਿੱਚ ਲੈ ਕੇ ਆਉਣਾ ਮੇਰੇ ਚੀਜ਼ੋ। ਹਾਲੇਲੂਇਆ। ਤਾਂ ਕਿ ਤੁਹਾਡੇ ਘਰ ਦੇ ਵਿੱਚ ਕੀ ਹੋਵੇ? ਬਰਕਤ ਹੋਵੇ। ਖੁਦਾ ਦੇ ਕੰਮਾਂ ਦੇ ਲੈ ਕੇ ਆਉਣਾ ਮੇਰੇ ਜੀਜੋ। ਹਾਲੇਲੂਇਆ। ਖੁਦਾ ਦੇ ਘਰ ਦੇ ਵਿੱਚ ਲੈ ਕੇ ਆਉਣਾ। ਹਾਲੇਲੂਇਆ। ਤਾਂ ਫਿਰ ਪਰਮੇਸ਼ਰ ਕਹਿੰਦਾ ਤੁਹਾਡੇ ਘਰ ਦੇ ਵਿੱਚ ਕੀ ਹੋਵੇਗੀ? ਬਰਕਤ ਹੋਵੇਗੀ। ਸੱਚਮੁੱਚ ਮੇਰੇ ਜੀਜੋ ਅੱਜ ਅਸੀਂ ਜੇਕਰ ਬਰਕਤ ਲੈਣਾ ਚਾਹੁੰਦੇ ਘਰ ਦੇ ਵਿੱਚ ਮੇਰੇ ਜੀਜੋ ਤੇ ਇਹ ਪਰਮੇਸ਼ਰ ਦਾ ਵਚਨ ਜਿਹੜਾ ਆ ਸਾਨੂੰ ਮੰਨਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਮੇਰੇ ਜੀਜੋ। ਹਾਲੇਲੂਇਆ। ਹਾਲੇਲੂਇਆ। ਕੋਈ ਵੀ ਤੁਹਾਡੀ ਕਮਾਈ ਦੇ ਵਿੱਚੋਂ ਕੁਝ ਵੀ ਆਉਂਦਾ ਪਹਿਲਾ ਹਿੱਸਾ ਕੱਢ ਕੇ ਜਿਹੜਾ ਮੈਂ ਪਾਸੇ ਪੌਲ ਦੀ ਨਗਰ ਦੀ ਵਾਈਫ ਦੀ ਟੈਸਟਮਨੀ ਸੁਣੀ, ਕਹਿੰਦੀ ਕਿ ਮੇਰੀ ਜਿਹੜੀ ਮਾਮ ਸੀ ਜਿਹੜੀ ਆ ਜਦੋਂ ਵੀ ਮੇਰਾ ਪੁੱਤ ਜਿਹੜਾ ਉਹਦਾ ਪੁੱਤ ਜਿਹੜੀ ਕਿ ਦਿਨਾ ਕਾਰਨ ਜਿਹੜੀ ਕਿ ਮੇਰਾ ਹਸਬੰਡ ਕਹਿੰਦੀ ਜਦੋਂ ਲੈ ਕੇ ਆਉਂਦਾ ਪਹਿਲੀ ਕਮਾਈ ਲੈ ਕੇ ਆਉਂਦਾ ਸੀਗਾ ਤੇ ਉਹ ਕੀ ਕਹਿੰਦੀ ਸੀ ਮੈਨੂੰ ਫੜਾ ਦੇ ਮੈਂ ਵੱਖਰਾ ਕਰਕੇ ਪਹਿਲਾ ਹਿੱਸਾ ਤੇਰਾ ਜਿਹੜਾ ਆ ਕਮਾਈ ਦੇ ਵਿੱਚੋਂ ਮੈਂ ਵੱਖਰਾ ਰੱਖ ਲੈਂਦਾ। ਹਾਲੇਲੂਇਆ। ਤਾਂ ਕਰਦੇ ਕਰਾਉਂਦੇ ਕੀ ਆ ਜਦੋਂ ਇਹ ਕੰਮ ਉਹ ਚਲਾਉਂਦੇ ਰਹੇ ਇਦਾਂ ਤਾਂ ਦੇਖੋ ਪਰਮੇਸ਼ਰ ਨੇ ਕਿੰਨਾ ਉਹਨਾਂ ਨੂੰ ਚੁੱਕਿਆ ਮੇਰੇ ਚੀਜ਼ੋ। ਹਾਲੇਲੂਇਆ। ਕਿੰਨੀ ਉਹਨਾਂ ਦੀ ਮਿਨਿਸਟਰੀ ਵਧੀ। ਹਾਲੇਲੂਇਆ। ਕਿੰਨਾ ਲੋਕਾਂ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ ਮੇਰੇ ਚੀਜ਼ੋ। ਹਾਲੇਲੂਇਆ। ਤਾਂ ਫਿਰ ਘਰ ਦੇ ਵਿੱਚ ਵੀ ਬਰਕਤਾਂ ਮੇਰੇ ਚੀਜ਼ੋ। ਇੱਕ ਛੋਟੇ ਜਿਹੇ ਘਰ ਦੇ ਵਿੱਚ ਰੈਂਟ ਦੇ ਉੱਪਰ ਰਹਿੰਦੇ ਹੁੰਦੇ ਸੀਗੇ। ਹਾਲੇਲੂਇਆ। ਕਿੰਨਾ ਪਰਮੇਸ਼ਰ ਨੇ ਉਹਨਾਂ ਨੂੰ ਚੁੱਕਿਆ। ਇਸ ਕਰਕੇ ਸਾਨੂੰ ਪਰਮੇਸ਼ਰ ਦਾ ਹੁਕਮ ਮੰਨਣਾ ਜਿਹੜਾ ਆ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਮੇਰੇ ਜੀਜੋ। ਹਾਲੇਲੂਇਆ। ਆਪਣੇ ਪਹਿਲੇ ਗੁੰਨੇ ਹੋਏ ਆਟੇ ਵਿੱਚੋਂ ਜਾਜਕ ਨੂੰ ਦੇਣਾ ਤਾਂ ਜੋ ਤੇਰੇ ਘਰ ਵਿੱਚ ਬਰਕਤ ਹੋਵੇ। ਹਾਲੇਲੂਇਆ। ਪਰੰਤੂ ਉਹ ਜਿਹੜਾ ਆਪ ਹੀ ਮਰ ਗਿਆ ਹੋਵੇ ਜਾਂ ਦਰਿੰਦਿਆਂ ਦਾ ਫਾੜਿਆ ਹੋਵੇ ਕਿ ਪੰਛੀ ਕੀ ਪਸ਼ੂ ਕੀ ਜਾਜਕ ਉਹਨੂੰ ਨਾ ਖਾਣਾ। ਮੇਰੇ ਜੀਜੋ ਖਾਣ ਦੇ ਲਈ ਵੀ ਇੱਥੇ ਦੱਸਿਆ ਹੈ ਕਿ ਜਿਹੜਾ ਦਰਿੰਦਿਆਂ ਦਾ ਪਾੜਿਆ ਹੋਵੇ ਜਾਂ ਜਿਹੜਾ ਫਾੜਿਆ ਹੋਵੇ ਜਾਂ ਪੰਛੀ ਕੀ ਪਸ਼ੂ ਜਾਜਕ ਉਹਨੂੰ ਨਾ ਖਾਣਾ। ਮੇਰੇ ਜੀਜੋ ਇਹਦੇ ਵਿੱਚ ਸਾਨੂੰ ਅਗਲੀ ਆਇਤ ਦੇ ਵਿੱਚ ਇਹ ਵੀ ਦੱਸਿਆ ਹੈ ਮੇਰੇ ਜੀਜੋ। ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅੱਗੇ ਆਪਾਂ ਦੇਖਾਂਗੇ ਲੂਕਾ ਦੀ ਅੰਜੀਲ ਉਹਦਾ 6 ਬਾਬ ਉਹਦੀ 38 ਆਇਤ। ਹਾਲੇਲੂਇਆ। ਥੈਂਕ ਯੂ ਜੀਸਸ। ਗਲੋਰੀ। ਹਾਲੇਲੂਇਆ। ਅੱਜ ਅਸੀਂ ਸਿੱਖਦੇ ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕਿ ਸਾਡੇ ਘਰ ਦੇ ਵਿੱਚ ਬਰਕਤ ਜਿਹੜੀ ਆ ਉਹ ਕਿਸ ਤਰ੍ਹਾਂ ਆਵੇਗੀ। ਹਾਲੇਲੂਇਆ। 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 ਲੂਕਾ ਦੀ ਅੰਜੀਲ ਉਹਦਾ ਥੈਂਕ ਯੂ ਜੀਸਸ 6 ਬਾਬ ਦੀ 38 ਆਇਤ ਆਪਾਂ ਪਰਮੇਸ਼ਰ ਦੇ ਵਚਨ ਚ ਦੇਖੋ। 6 ਬਾਬ ਦੀ 38 ਆਇਤ ਪਰਮੇਸ਼ਰ ਦੇ ਵਚਨ ਲਿਖਿਆ ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ ਪਰ ਮੈਂ ਦਬ ਕੇ ਹਿਲਾ ਕੇ ਅਤੇ ਡੋਲਦਾ ਹੋਇਆ ਤੁਹਾਡੇ ਪੱਲੇ ਪਾਉਣਗੇ। ਕਿਉਂ? ਜੋ ਜਿਸ ਮਹਿਕ ਨਾਲ ਤੁਸੀਂ ਮਿਣਦੇ ਹੋ ਉਸ ਨਾਲ ਤੁਹਾਡੇ ਲਈ ਵੀ ਮਿਣਿਆ ਜਾਵੇਗਾ ਮੇਰੇ ਜੀਜੋ। ਜਿਸ ਮਹਿਕ ਨਾਲ ਤੁਸੀਂ ਮਿਣਦੇ ਹੋ ਮੇਰੇ ਜੀਜੋ ਉਹਨਾਂ ਤੁਹਾਨੂੰ ਪਰਮੇਸ਼ਰ ਕਹਿੰਦਾ ਮੈਂ ਦਿੱਤਾ ਜਾਏਗਾ ਜੇਕਰ ਤੁਸੀਂ ਖੁੱਲੇ ਦਿਲ ਨਾਲ ਦਿੰਦੇ ਹੋ ਮੇਰੇ ਪਰਮੇਸ਼ਰ ਦੇ ਕੰਮਾਂ ਦੇ ਲਈ ਮੇਰੇ ਜੀਜੋ। ਹਾਲੇਲੂਇਆ। ਹਾਲੇਲੂਇਆ। ਪਰ ਮਹਿਕ ਦੇ ਨਾਲ ਦਬ ਕੇ ਹਿਲਾ ਕੇ ਡੋਲਦਾ ਹੋਇਆ ਤੁਹਾਡੇ ਪੱਲੇ ਪਾਉਣਗੇ ਮੇਰੇ ਜੀਜੋ। ਜੇ ਅਸੀਂ ਪਰਮੇਸ਼ਰ ਲਈ ਕੁਝ ਕਰਦੇ ਹਾਂ ਤਾਂ ਪਰਮੇਸ਼ਰ ਕਹਿੰਦਾ ਇੰਨਾ ਤੁਹਾਨੂੰ ਦਿਆਂਗਾ ਤੁਹਾਡੇ ਰੱਖਣ ਜੋਗੀ ਜਗ੍ਹਾ ਨਹੀਂ ਰਹੇਗੀ ਮੇਰੇ ਜੀਜੋ। ਹਾਲੇਲੂਇਆ। ਡੋਲਦਾ ਹੋਇਆ ਕਹਿੰਦਾ ਪਰਮੇਸ਼ਰ ਪ੍ਰਭੂ ਕਹਿੰਦੇ ਆ ਕਿ ਮੈਂ ਤੁਹਾਡੇ ਵਿੱਚ ਅੱਗੇ ਮੈਂ ਦੇਵਾਂਗਾ। ਹਾਲੇਲੂਇਆ। ਜੇਕਰ ਜਿੰਨਾ ਅਸੀਂ ਪਾਵਾਂਗੇ ਉਨਾ ਹੀ ਪਰਮੇਸ਼ਰ ਸਾਡੇ ਲਈ ਕਰਦਾ ਹੈ ਮੇਰੇ ਜੀਜੋ। ਜੇਕਰ ਅਸੀਂ ਵੱਧ ਪਾਉਨੇ ਤਾਂ ਪਰਮੇਸ਼ਰ ਸਾਡੇ ਲਈ ਵੱਧ ਹੀ ਕਰਦਾ ਹੈ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਸਾਨੂੰ ਪਰਮੇਸ਼ਰ ਦਾ ਵਚਨ ਜਿਹੜਾ ਉਹਦੇ ਹੁਕਮ ਜਿਹੜੇ ਸਿਰਫ ਪੜ੍ਹਨੇ ਨਹੀਂ ਹੈ ਆਪਾਂ ਉਹਨਾਂ ਦੇ ਉੱਪਰ ਚੱਲਣਾ ਵੀ ਬਹੁਤ ਹੀ ਜ਼ਰੂਰੀ ਹੈ ਮੇਰੇ ਜੀਜੋ। ਹਾਲੇਲੂਇਆ। ਮੇਰੇ ਲਈ ਔਰ ਤੁਹਾਡੇ ਲਈ ਸਾਰਿਆਂ ਦੇ ਲਈ ਇਹ ਵਚਨ ਸਾਰਿਆਂ ਦੇ ਲਈ ਆ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਕਹਿੰਦਾ ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ ਪਰ ਮੈਂ ਦਬ ਕੇ ਹਿਲਾ ਕੇ ਅਤੇ ਡੁੱਲਦਾ ਹੋਇਆ ਤੁਹਾਡੇ ਪੱਲੇ ਪਾਉਣਗੇ। ਕਿਉਂ? ਜੋ ਜਿਸ ਮੈਪ ਨਾਲ ਤੁਸੀਂ ਮਿਲਦੇ ਉਸੇ ਮੈਪ ਨਾਲ ਤੁਹਾਡੇ ਲਈ ਵੀ ਮੁੜ ਮਿਲਿਆ ਜਾਵੇਗਾ ਮੇਰੇ ਜੀਜੋ। ਹਾਲੇਲੂਇਆ। ਇਹ ਪਰਮੇਸ਼ਰ ਦਾ ਬਚਨ ਸਾਨੂੰ ਦੱਸਦਾ ਮੇਰੇ ਜੀਜੋ। ਜੇਕਰ ਅਸੀਂ ਪਰਮੇਸ਼ਰ ਦੇ ਲੋਕਾਂ ਲਈ ਕੁਝ ਕਰਦੇ ਹਾਂ ਜਾਂ ਖੁਦਾ ਦੇ ਬੱਚਿਆਂ ਦੇ ਲਈ ਕਰਦੇ ਹਾਂ ਜਾਂ ਆਪਾਂ ਚਰਚ ਦੇ ਲਈ ਕੁਝ ਕਰਦੇ ਹਾਂ ਹਾਲੇਲੂਇਆ ਤਾਂ ਪਰਮੇਸ਼ਰ ਸਾਨੂੰ ਡਬਲ ਬਰਕਤ ਦਿੰਦਾ ਮੇਰੇ ਜੀਜੋ। ਹਾਲੇਲੂਇਆ। ਉਹ ਕਦੀ ਰੱਖਦਾ ਨਹੀਂ ਆ। ਹਾਲੇਲੂਇਆ। ਪਰਮੇਸ਼ਰ ਦੇ ਕੰਮਾਂ ਦੇ ਲਈ ਪਰਮੇਸ਼ਰ ਦੇ ਕੰਮਾਂ ਨੂੰ ਚਲਾਉਣ ਦੇ ਲਈ ਮੇਰੇ ਜੀਜੋ ਸਾਨੂੰ ਵੱਧ ਤੋਂ ਵੱਧ ਪਰਮੇਸ਼ਰ ਦੇ ਲਈ ਕਰਨਾ ਚਾਹੀਦਾ ਮੇਰੇ ਜੀਜੋ। ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਾਂਗੇ ਦੂਸਰਾ ਕਰੰਥੀਆਂ ਉਹਦਾ 9 ਬਾਬ ਉਹਦੀ 6 ਆਇਤ ਤੋਂ 9 ਤੱਕ ਆਪਾਂ ਦੇਖਾਂਗੇ ਪਰਮੇਸ਼ਰ ਦੇ ਵਿੱਚ। ਹਾਲੇਲੂਇਆ। ਥੈਂਕ ਯੂ ਜੀਸਸ। ਦੂਸਰਾ ਕਰੰਥੀਆਂ ਉਹਦਾ 9 ਬਾਬ ਉਹਦੀ 6 Thank you, Jesus. Glory, 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 glory.
ਥੈਂਕ ਯੂ ਜੀਸਸ, ਗਲੋਰੀ ਗਲੋਰੀ ਗਲੋਰੀ, ਹਾਲੇਲੂਇਆ। 9 ਬਾਬ ਦੀ 6 ਆਇਤ ਆਪਾਂ ਦੇਖਾਂਗੇ, ਦੂਸਰਾ ਕਰੰਥੀਆਂ 9 ਬਾਬ ਦੀ 6 ਆਇਤ। ਪਰ ਗੱਲ ਇਹ ਹੈ ਭਈ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ, ਅਤੇ ਜਿਹੜਾ ਖੁੱਲੇ ਦਿਲ ਬੀਜਦਾ ਹੈ ਉਹ ਖੁੱਲੇ ਦਿਲ ਵੱਢੇਗਾ। ਮੇਰੇ ਜੀ ਅੱਜ ਪਰਮੇਸ਼ਰ ਦੇ ਵਚਨ ਚ ਆਪਾਂ ਸਿੱਖਦੇ ਹਾਂ ਕਿ ਜਿਹੜਾ ਖੁੱਲੇ ਦਿਲ ਦੇ ਨਾਲ, ਹਾਲੇਲੂਇਆ, ਜਿਹੜਾ ਪਰ ਇਹ ਕਿ ਬਈ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ। ਮੇਰੇ ਜੀ ਜੇ ਅਸੀਂ ਜ਼ਮੀਨ ਦੇ ਵਿੱਚ ਥੋੜਾ ਬੀਜ ਪਾਵਾਂਗੇ ਤਾਂ ਫਸਲ ਵੀ ਸਾਡੀ ਘੱਟ ਹੀ ਹੋਏਗੀ ਮੇਰੇ ਜੀ, ਉਨੀ ਕੀ ਹੋਏਗੀ। ਜੇਕਰ ਅਸੀਂ ਚੱਟਾ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਦਵਾਂਗੇ ਤਾਂ ਸਾਡੀ ਫਸਲ ਵੀ ਬਹੁਤ ਜ਼ਿਆਦਾ ਹੋਏਗੀ ਮੇਰੇ ਜੀ। ਹਾਲੇਲੂਇਆ। ਜੇ ਅਸੀਂ ਘੱਟ ਬੀਜਾਂਗੇ ਤਾਂ ਘੱਟ ਹੀ ਵੱਢਾਂਗੇ, ਅਤੇ ਜਿਹੜਾ ਖੁੱਲੇ ਦਿਲ ਬੀਜਦਾ ਹੈ ਉਹ ਖੁੱਲੇ ਦਿਲ ਵੱਢੇਗਾ, ਉਹ ਖੁੱਲੇ ਦਿਲ ਵੱਢੇਗਾ। ਮੇਰੇ ਜੀ ਜੋ ਕਹਿਣ ਦਾ ਮਤਲਬ ਹੈ ਕਿ ਜੇਕਰ ਅਸੀਂ ਵੱਧ ਤੋਂ ਵੱਧ ਪਰਮੇਸ਼ਰ ਦੇ ਕੰਮਾਂ ਲਈ ਦਿੰਦੇ ਹਾਂ ਤਾਂ ਵੱਧ ਤੋਂ ਵੱਧ ਪਰਮੇਸ਼ਰ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਦੇਣਗੇ ਮੇਰੇ ਜੀਜੋ, ਹਾਲੇਲੂਇਆ। ਜੇ ਅਸੀਂ ਘੱਟ ਬੀਜਾਂਗੇ ਤਾਂ ਫਲ ਵੀ ਉਹਨਾਂ ਕੀ ਹੀ ਪਾਵਾਂਗੇ ਮੇਰੇ ਜੀਜੋ। ਪਰ ਪਰਮੇਸ਼ਰ ਦਾ ਬਚਨ ਸਾਨੂੰ ਸਿਖਾਉਂਦਾ ਹੈ ਅੱਜ ਕਿ ਅਸੀਂ ਖੁੱਲੇ ਦਿਲ ਦੇ ਨਾਲ ਕੀਆ, ਹਾਲੇਲੂਇਆ, ਬੀਜਣਾ ਤੇ ਖੁੱਲੇ ਦਿਲ ਦੇ ਨਾਲ ਵੱਢਣਾ ਮੇਰੇ ਜੀਜੋ। ਹਰ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਜੋ ਦਿਲ ਵਿੱਚ ਉਹਨੇ ਧਾਰਿਆ ਹੈ ਉਹ ਹੀ ਕਰੇ, ਹਾਲੇਲੂਇਆ, ਰੰਜ ਨਾਲ ਨਹੀਂ ਅਥਵਾ ਲਾਚਾਰੀ ਨਾਲ ਨਹੀਂ, ਕਿਉਂ ਜੋ ਪਰਮੇਸ਼ਰ ਖੁਸ਼ੀ ਨਾਲ ਦੇਣ ਵਾਲਿਆਂ ਨੂੰ ਕੀ ਕਰਦਾ ਆ? ਪਿਆਰ ਕਰਦਾ ਹੈ ਔਰ ਪਸੰਦ ਕਰਦਾ ਹੈ ਮੇਰੇ ਜੀਜੋ, ਹਾਲੇਲੂਇਆ, ਹਾਲੇਲੂਇਆ। ਉਹ ਪਸੰਦ ਵੀ ਕਰਦਾ ਹੈ ਔਰ ਪਿਆਰ ਵੀ ਕਰਦਾ ਮੇਰੇ ਜੀਜੋ, ਹਾਲੇਲੂਇਆ। ਅਤੇ ਪਰਮੇਸ਼ਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤ ਹੀ ਕਰ ਸਕਦਾ, ਤੁਹਾਡੇ ਉੱਤੇ ਪਰਮੇਸ਼ਰ ਜਿਹੜਾ ਤੁਹਾਡੇ ਉੱਤੇ ਬਹੁਤ ਵੱਡੀ ਕਿਰਪਾ ਕਰ ਸਕਦਾ ਹੈ ਜੇ ਅਸੀਂ ਪਰਮੇਸ਼ਰ ਦੇ ਹੁਕਮ ਨੂੰ ਮੰਨ ਕੇ ਉਹਦੇ ਵਚਨ ਨੂੰ ਪੂਰਾ ਕਰਦੇ ਹਾਂ, ਉਹਦੇ ਹੁਕਮਾਂ ਨੂੰ ਮੰਨਦੇ ਹਾਂ, ਤਾਂ ਮੇਰੇ ਜੀਜੋ ਪਰਮੇਸ਼ਰ ਤੁਹਾਡੇ ਤੇ ਬਹੁਤ ਵੱਡੀ ਕਿਰਪਾ ਕਰ ਸਕਦਾ ਹੈ ਮੇਰੇ ਜੀਜੋ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅਤੇ ਪਰਮੇਸ਼ਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤ ਹੀ ਕਰ ਸਕਦਾ ਹੈ ਭਈ ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਤੇ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਫਰ ਹੋਵੇ, ਜਿਵੇਂ ਲਿਖਿਆ ਹੈ, ਹਾਲੇਲੂਇਆ, ਹਾਲੇਲੂਇਆ। ਜਿਸ ਤਰ੍ਹਾਂ ਲਿਖਿਆ ਕਿ ਤੁਹਾਡੇ ਕੋਲ ਫਿਰ ਬਹੁਤ ਸਾਰਾ ਹੋਵੇ ਮੇਰੇ ਜੀਜੋ, ਹਾਲੇਲੂਇਆ। ਫਿਰ ਤੁਸੀਂ ਲੋਕਾਂ ਨੂੰ ਵੀ ਦੇਣ ਵਾਲੇ ਹੋਵੋ ਮੇਰੇ ਜੀਜੋ, ਹਾਲੇਲੂਇਆ। ਬਹੁਤ ਸਾਰਾ ਵਾਫਰ ਤੁਹਾਡੇ ਕੋਲ ਹੋਵੇ, ਬਹੁਤ ਸਾਰਾ ਤੁਹਾਡੇ ਕੋਲ ਹੋਵੇ, ਤਾਂ ਕਿ ਜੇਕਰ ਤੁਹਾਡੇ ਕੋਲ ਹੋਏਗਾ ਤਾਂ ਤੁਸੀਂ ਦੂਸਰਿਆਂ ਨੂੰ ਦੋਗੇ, ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਅੱਜ ਅਸੀਂ ਆਪਾਂ ਇਹੀ ਸਿੱਖ ਰਹੇ ਹਾਂ ਕਿ ਘਰ ਦੇ ਵਿੱਚ ਬਰਕਤ ਕਿੱਦਾਂ ਆਏਗੀ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅਸੀਂ ਜਦੋਂ ਪਰਮੇਸ਼ਰ ਦੇ ਵਿੱਚ ਜਦੋਂ ਨਵੇਂ ਆਏ ਆ ਤਾਂ ਪਰਮੇਸ਼ਰ ਨੇ ਸਾਨੂੰ ਜਾਣੀ ਕਿ ਸਿਖਾਇਆ, ਪਰਮੇਸ਼ਰ ਦੇ ਦਾਸਾਂ ਨੇ ਸਾਨੂੰ, ਜਦੋਂ ਅਸੀਂ ਜਗ੍ਹਾ ਜਗ੍ਹਾ ਜਾ ਕੇ ਸਿੱਖਦੇ ਸੀ ਪਰਮੇਸ਼ਰ ਦੇ ਘਰ ਦੇ ਵਿੱਚ, ਪਰਮੇਸ਼ਰ ਦੇ ਦਾਸ ਸਾਡੇ ਆਉਂਦੇ ਸੀਗੇ, ਉਹ ਸਾਨੂੰ ਦੱਸਦੇ ਹੁੰਦੇ ਸੀਗੇ ਕਿ ਨਹੀਂ, ਜੇ ਸੱਚਮੁੱਚ ਤੁਸੀਂ ਘਰ ਦੇ ਵਿੱਚ ਆਪਣੀ ਬਰਕਤ ਲੈਣਾ ਚਾਹੁੰਦੇ ਆ ਤਾਂ ਇਹ ਬਚਨ ਜਿਹੜੇ ਆ ਇਹਨਾਂ ਨੂੰ ਮੰਨਣਾ ਤੇ ਇਹਨਾਂ ਦੇ ਉੱਪਰ ਚੱਲਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਮੇਰੇ ਜੀ। ਅਸੀਂ ਫੋਲੋ ਕੀਤਾ ਉਹਨਾਂ ਨੂੰ, ਹਾਲੇਲੂਇਆ, ਉਹਨਾਂ ਬਚਨਾਂ ਨੂੰ ਅਸੀਂ ਫੋਲੋ ਕੀਤਾ ਮੇਰੇ ਜੀ, ਹਾਲੇਲੂਇਆ। ਜੇਕਰ ਖੁਦਾ ਦੇ ਦਾਸ ਦੀ ਜਿਹਨੂੰ ਕੋਈ ਪ੍ਰੋਬਲਮ ਹੁੰਦੀ ਸੀ ਜਾਂ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਨਹੀਂ ਸੀ ਹੁੰਦੀਆਂ, ਮੈਂ ਦੱਸਣਾ ਨਹੀਂ ਚਾਹੁੰਦਾ, ਪਰ ਮੈਂ ਦੱਸਣਾ ਇਸ ਕਰਕੇ ਤੁਹਾਨੂੰ ਚਾਹੁੰਦਾ ਕਿ ਸਾਨੂੰ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਸਿਖਾਉਂਦਾ ਹੀ ਇਹ ਆ ਮੇਰੇ ਜੀਜੋ, ਹਾਲੇਲੂਇਆ। ਤੇ ਖੁਦਾ ਦੇ ਦਾਸ ਦੀ ਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਜਦੋਂ ਸਾਨੂੰ ਸਿੱਖਣ ਨੂੰ ਮਿਲਿਆ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਆ ਉਹ ਪਰਮੇਸ਼ਰ ਦੇ ਦਾਸਾਂ ਲਈ ਕਰਦੇ ਸੀ ਮੇਰੇ ਜੀਜੋ, ਹਾਲੇਲੂਇਆ। ਤੇ ਅੱਜ ਸਾਨੂੰ ਪਰਮੇਸ਼ਰ ਇੱਥੇ ਲੈ ਕੇ ਆਇਆ ਤੇ ਸਾਨੂੰ ਵੀ ਪਰਮੇਸ਼ਰ ਨੇ ਇੰਨਾ ਬਖਸ਼ਿਆ ਹੈ ਕਿ ਅਸੀਂ ਦੂਸਰੇ ਲੋਕਾਂ ਦੇ ਲਈ ਵੀ ਅਸੀਂ ਕਰਨਾ ਚਾਹੁੰਦੇ ਕਿ ਨਹੀਂ, ਸਾਡੇ ਪਰਮੇਸ਼ਰ ਨੇ ਸਾਡੇ ਲਈ ਕੀਤਾ ਤੇ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਦੂਜੇ ਭੈਣ ਭਾਈਆਂ ਲਈ, ਬੱਚਿਆਂ ਦੇ ਲਈ ਕਰੀਏ ਮੇਰੇ ਜੀਜੋ, ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਜੇ ਤੁਹਾਡੇ ਘਰ ਵਿੱਚ ਆਪ ਬਰਕਤ ਹੋਏਗੀ ਤਾਂ ਤੁਸੀਂ ਦੂਸਰੇ ਲੋਕਾਂ ਦੇ ਲਈ ਕਰੋਗੇ ਮੇਰੇ ਜੀਜੋ, ਹਾਲੇਲੂਇਆ, ਹਾਲੇਲੂਇਆ। ਜੇਕਰ ਖੁਦਾ ਦੇ ਦਾਸ ਦੀ ਜੁੱਤੀ ਟੁੱਟੀ ਦੇਖ ਲੈਣੀ ਤੇ ਸਾਡੇ ਆਦਮਪੁਰ ਚੋਂ ਪਾਸਟਰ ਜੂਨਸ ਆਉਂਦੇ, ਕਈ ਵਾਰੀ ਮੈਂ ਦੇਖਣਾ ਕਿ ਉਹਨਾਂ ਦੀ ਜੁੱਤੀ, ਮੈਂ ਕਹਿੰਦਾ ਪਾਸਟਰ ਜੀ ਬੰਦੀ ਖਤਮ ਕਰੋ, ਨਾਲ ਹੀ ਫਟਾਫਟ ਚਲੋ, ਹਾਲੇਲੂਇਆ। ਤੇ ਉਹਨਾਂ ਨੂੰ ਖੁਦਾ ਦੇ ਦਾਸਾਂ ਦੀਆਂ ਜ਼ਰੂਰਤਾਂ ਨੂੰ ਜਿਹੜਾ ਆ ਅਸੀਂ ਦੇਖਦੇ ਹੁੰਦੇ ਸੀ। ਮੈਂ ਬੈਂਕ ਦੇ ਵਿੱਚ ਜੌਬ ਕਰਦਾ ਸੀਗਾ, ਮੈਂ ਕਿਹਾ ਮੈਨੂੰ ਕੋਈ ਗੱਲ ਨਹੀਂ, ਘਰ ਦੇ ਵਿੱਚ ਘੱਟ ਪੈਸੇ ਰਹਿ ਜਾਣ ਪਰ ਖੁਦਾ ਦੇ ਦਾਸਾਂ ਦੀਆਂ ਜਿਹੜੀਆਂ ਆ ਉਹ ਜ਼ਰੂਰਤਾਂ ਪੂਰੀਆਂ ਹੋਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਹਾਲੇ ਕਈ ਵਾਰੀ ਉਹਨਾਂ ਦੇ ਬੱਚਿਆਂ ਦੀ ਫੀਸ ਨਾ ਦੇ ਹੋਣੀ ਉਹਨਾਂ ਕੋਲ, ਤੇ ਨਹੀਂ, ਮੈਂ ਕਹਿੰਦਾ ਕੋਈ ਗੱਲ ਨਹੀਂ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਆਪਾਂ ਨੂੰ ਜੌਬ ਦਿੱਤੀ ਆ। ਮੈਂ ਕਿਹਾ ਬਸ ਜੀ ਕੋਈ ਗੱਲ ਨਹੀਂ, ਪਰਮੇਸ਼ਰ ਤੁਹਾਡੀਆਂ ਦੁਆਵਾਂ ਦੇ ਨਾਲ ਆਪਾਂ ਨੂੰ ਪਰਮੇਸ਼ਰ ਨੇ ਬੜਾ ਕੁਝ ਦਿੱਤਾ ਆ, ਤਾਂ ਆਪਾਂ ਤੁਹਾਡੇ ਲਈ ਕਰਾਂਗੇ ਜ਼ਰੂਰ, ਹਾਲੇਲੂਇਆ। ਕਿਉਂਕਿ ਵਚਨ ਦੇ ਵਿੱਚ ਵੀ ਇਹੀ ਲਿਖਿਆ ਹੈ ਕਿ ਆਪਣੇ ਜਾਇਜ਼ਕਾਂ ਦੇ ਲਈ ਜਿਹੜਾ ਆ ਪਹਿਲਾ ਹਿੱਸਾ ਤੁਸੀਂ ਲੈ ਕੇ ਆਓ, ਤਾਂ ਪਰਮੇਸ਼ਰ ਦੇ ਵਿੱਚ ਫਿਰ ਕਹਿੰਦਾ, ਪਰਮੇਸ਼ਰ ਕਹਿੰਦਾ ਅਜਮਾ ਕੇ ਦੇਖੋ ਮੈਨੂੰ ਕਿ ਤੁਹਾਡੇ ਘਰ ਦੇ ਵਿੱਚ ਇੰਨੀਆਂ ਬਰਕਤਾਂ ਹੋਣਗੀਆਂ ਮੇਰੇ ਜੀਜੋ, ਰੱਖਣ ਜੋਗੀ ਜਗ੍ਹਾ ਨਹੀਂ ਹੋਏਗੀ ਮੇਰੇ ਜੀਜੋ, ਹਾਲੇਲੂਇਆ। ਪਰ ਅਸੀਂ ਆਪਣਾ ਦਿਲ ਖੋਲਣਾ ਹੈ ਮੇਰੇ ਜੀਜੋ, ਹਾਲੇਲੂਇਆ। ਦਿਲ ਖੋਲਾਂਗੇ
ਤਾਂ ਫੇਰ ਹੀ ਪਰਮੇਸ਼ਵਰ ਸਾਡੇ ਲਈ ਕਰੇਗਾ ਮੇਰੇ ਜੀਜੋ। ਹਾਲੇਲੂਇਆ। ਤੇ ਜੇ ਅਸੀਂ ਘੁੱਟ ਕੇ ਦਿਲ ਨੂੰ ਬੈਠਦੇ ਹਾਂ, ਹਾਲੇਲੂਇਆ, ਸਾਡੇ ਕੋਲ ਕੁਝ ਪਰਮੇਸ਼ਰ ਦੇ ਘਰ ਦੇ ਵਿੱਚ ਲਿਖਿਆ ਕਿ ਕੱਲ ਦੇ ਲਈ ਫਿਕਰ ਨਾ ਕਰ, ਕੱਲ ਤੁਹਾਡੇ ਲਈ ਆਪ ਫਿਕਰ ਕਰੇਗਾ ਮੇਰੇ ਜੀਜੋ। ਹਾਲੇਲੂਇਆ। ਇਹ ਸਾਡੇ ਬ੍ਰਦਰ ਆ, ਇਹ ਵੀ ਪਾਸੇ ਜੋਨਸ ਦੇ ਨਾਲ ਸਾਡੇ ਉੱਥੇ ਆਉਂਦੇ ਹੁੰਦੇ ਸੀ, ਪ੍ਰੇ ਮੀਟਿੰਗ ਕਰਾਉਣ ਆਉਂਦੇ ਹੁੰਦੇ ਸੀਗੇ। ਹਾਲੇਲੂਇਆ। ਤਾਂ ਕਿੰਨਾ ਅੱਛਾ ਹੁੰਦਾ ਸੀਗਾ, ਕਿੰਨਾ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦੇ ਹੁੰਦੇ ਸੀਗੇ ਖੁਦਾ ਦੇ ਦਾਸ। ਹਾਲੇਲੂਇਆ। ਉਹੀ ਵਚਨ ਜਿਹੜਾ ਹੈ ਅਸੀਂ ਅੱਜ ਆਪਣੀ ਕਲੀਸਿਆ ਨੂੰ ਵੀ ਸਿਖਾਉਣਾ ਚਾਹੁੰਦੇ ਹਾਂ ਕਿ ਨਹੀਂ, ਸਾਡਾ ਪਰਮੇਸ਼ਰ ਦਾ ਵਚਨ ਸਾਨੂੰ ਇਹ ਸਿਖਾਉਂਦਾ ਆ ਮੇਰੇ ਜੀਜੋ। ਹਾਲੇਲੂਇਆ। ਹਾਲੇਲੂਇਆ। ਵਚਨ ਸਿਖਾਉਂਦਾ ਆ ਸਾਨੂੰ। ਹਾਲੇਲੂਇਆ। ਤਾਂ ਫੇਰ ਪਰਮੇਸ਼ਰ ਨੂੰ ਪੁੱਛੋ, ਖੁਦਾ ਦੇ ਬੱਚੇ ਨੂੰ, ਕਿ ਕਿਸ ਤਰ੍ਹਾਂ ਇਹ ਸਾਡੇ ਕੋਲ ਆਉਂਦੇ, ਕਿੱਦਾਂ ਅਸੀਂ ਪਰਮੇਸ਼ਰ ਦੇ ਵਿੱਚ रूह ते सच्चाई दे नाल भगती करनी और हर जगह के ऊपर जाके इसी परमेश्वर के नाम की जय जयकार करनी। कित्थे जलंधर ते कित्थे हुशियारपुर जाके खनौड़ा पिंड मोटरसाइकिल चकना, पानी का गिलास पीना, नाल ही परमेश्वर दे दा सानू लैके परमेश्वर के कामां दे विच वधना, अगे चलना मेरे चीजो। हालेलुया। ये परमेश्वर का काम जिहड़ा आ सानू करना साडे लई बहुत ही ज्यादा जरूरी आ मेरे चीजो। हालेलुया। इस अगे वधांगे आपां परमेश्वर के वचन दे विचों। हालेलुया। थैंक यू। गलातियां दी किताब आपां देखांगे। हालेलुया। थैंक यू जीसस। थैंक यू जीसस। ग्लोरी 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 ग्लोरी। हालेलुया। हालेलुया। थैंक यू जीसस। गलातियां 6 बाब दी 10 ऐत आपां परमेश्वर दे उत्ते देखांगे। थैंक यू जीसस। गलातियां दी किताब 6 बाब दी 10 है। थैंक यू जीसस। ग्लोरी 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 ग्लोरी। हालेलुया। हालेलुया। परमेश्वर दे वचन च लिखिया, हौसला ना हारीए तां बेले सिर वड्डांगे, उपरंत जिवें सानू मौका मिले असीं सबना नाल भला करिए, पर नीच करके नीचा बनने नाल। कहंदे हालेलुया। हौसला ना हारीए ते उपरंत जिवें सानू मौका मिले असीं सबना दा, जिवें सानू मौका मिले, परमेश्वर दे वचन लिखिया असीं सबना दा की करिए, भला करिए मेरे जीजो। हालेलुया। असीं एक दूजे दी जिहड़ी आ ਜਿਹੜੀ ਪ੍ਰੋਬਲਮ ਨੂੰ ਸੋਲਵ ਕਰਨਾ ਹੈ, ਇੱਕ ਦੂਜੇ ਦੀ ਗੱਲ ਨੂੰ ਦੇਖਣਾ ਹੈ ਕਿ ਨਹੀਂ, ਕਿ ਸਾਡੇ ਕਲੀਸਿਆ ਦੇ ਕਿਸੇ ਨੂੰ ਕਿਸੇ ਗੱਲ ਦੀ ਘਾਟ ਆ, ਅਸੀਂ ਦੇਖਣਾ ਹੈ ਮੇਰੇ ਜੀਜੋ। ਹਾਲੇਲੂਇਆ। ਕੀ ਕੀਆ ਕਿ ਅਸੀਂ ਕੀਆ, ਹੌਸਲਾ ਨਾ ਹਾਰੀਏ ਪਰ ਬੇਲੇ ਸਿਰ ਵੱਢਾਂਗੇ, ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ, ਪਰ ਨਿੱਜ ਕਰਕੇ ਜਿਹੜੇ ਨੇਚਾਵਾਨ ਲੋਕ ਆ ਮੇਰੇ ਜੀਜੋ। ਹਾਲੇਲੂਇਆ। ਜਿਹੜੇ ਨੇਚਾ ਰੱਖਦੇ, ਜਿਹੜੇ ਪਰਮੇਸ਼ਰ ਦੇ ਨਾਲ ਪੂਰੀ ਤੌਰ ਤੇ ਚੱਲਦੇ ਆ ਔਰ ਪੂਰਾ ਵਿਸ਼ਵਾਸ ਪਰਮੇਸ਼ਰ ਦੇ ਉੱਪਰ ਕਰਦੇ, ਨਿੱਚ ਕਰਕੇ ਨੇਚਾਵਾਨਾਂ ਦੇ ਨਾਲ ਲਿਖਿਆ ਹੈ। ਭਲਾ ਅਸੀਂ ਸਭ ਦਾ ਕਰਨਾ ਹੈ, ਪਰ ਲਿਖਿਆ ਹੈ ਕਿ ਨਿੱਚ ਕਰਕੇ ਜਿਹੜਾ ਆ ਕਿ ਖਾਸ ਕਰਕੇ ਜਿਹੜੇ ਵਿਸ਼ਵਾਸੀ ਲੋਕ ਆ, ਨੇਚਾ ਕਰਦੇ ਆ, ਵਿਸ਼ਵਾਸ ਕਰਦੇ ਆ, ਪ੍ਰਭੂ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਪੂਰੀ ਤੌਰ ਤੇ ਬਿਤਾਉਂਦੇ ਆ, ਉਹਨਾਂ ਦੇ ਨਾਲ ਜ਼ਿਆਦਾ ਅਸੀਂ ਪਰਮੇਸ਼ਰ ਦੇ ਵਚਨ ਚ ਲਿਖਿਆ ਨਿੱਚ ਕਰਕੇ ਨੇਚਾਵਾਨਾਂ ਦੇ ਨਾਲ। ਹਾਲੇਲੂਇਆ। ਵੇਖ ਮੈਂ ਆਪਣੇ ਹੱਥੀਂ ਕਿਹੜੇ ਮੋਟੇ ਅੱਖਰਾਂ ਨਾਲ ਤੁਹਾਨੂੰ ਲਿਖਿਆ ਹੈ ਕਿ ਜਿੰਨੇ ਲੋਕ ਸਰੀਰ ਦੇ ਵਿੱਚ ਵੱਡਾ ਵਿਖਾਵਾ ਵਿਖਾਉਣਾ ਚਾਹੁੰਦੇ ਹਨ, ਉਹ ਬਦੋ ਬਦੀ ਤੁਹਾਡੀ ਸੁਨਤ ਕਰਾਉਂਦੇ ਹਨ ਨਿਰਾ ਇਸ ਕਰਕੇ ਜੋ ਉਹ ਮਸੀਹ ਦੀ ਸਲੀਬ ਦੇ ਕਾਰਨ ਸਤਾਏ ਨਾ ਜਾਣ। ਹਾਲੇਲੂਇਆ। ਮਸੀਹ ਦੀ ਸਲੀਬ ਦੇ ਕਰਕੇ ਸਤਾਏ ਨਾ ਜਾਣ ਮੇਰੇ ਜੀਜੋ, ਕਿਉਂਕਿ ਸਾਨੂੰ ਪਰਮੇਸ਼ਰ ਜਿਹੜਾ ਆ ਉਹ ਮੌਕਾ ਦਿੰਦਾ ਹੈ ਕਿ ਅਸੀਂ ਪਰਮੇਸ਼ਰ ਦੇ ਵਿੱਚ ਵਧੀਏ ਫੁੱਲੀਏ, ਅਸੀਂ ਪਰਮੇਸ਼ਰ ਦੇ ਵਿੱਚ, ਪਰਮੇਸ਼ਰ ਸਾਨੂੰ ਬਰਕਤ ਦੇਵੇ। ਪਰ ਬਰਕਤ ਮੇਰੇ ਜੀਜੋ ਸਾਨੂੰ ਉਦੋਂ ਹੀ ਮਿਲਣੀ ਆ ਜਦੋਂ ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਵਿੱਚ ਇਹਨਾਂ ਹੁਕਮਾਂ ਨੂੰ ਅਸੀਂ ਮੰਨਾਂਗੇ। ਸਿਰਫ ਪੜ੍ਹਨਾ ਨਹੀਂ ਆ, ਪੜ੍ਹ ਕੇ ਇਹਦੇ ਉੱਪਰ ਚੱਲਾਂਗੇ, ਫੇਰ ਪਰਮੇਸ਼ਰ ਸਾਨੂੰ ਬਰਕਤਾਂ ਤੇ ਬਰਕਤਾਂ ਤੇ ਬਰਕਤਾਂ ਆਸ਼ਾ ਦਿੰਦੇ ਆ ਮੇਰੇ ਚੀਜ਼ੋ। ਹਾਲੇਲੂਇਆ। ਇਸ ਕਰਕੇ ਸਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਣ ਨੂੰ ਮਿਲਦਾ ਹੈ। ਮਤੀ ਦੀ ਅੰਜੀਲ ਉਹਦਾ 25 ਬਾਬ ਆਪਾਂ ਦੇਖਾਂਗੇ। ਪਰਮੇਸ਼ਰ ਮਤੀ ਦੀ ਅੰਜੀਲ 25 ਬਾਬ। ਹਾਲੇਲੂਇਆ। ਥੈਂਕ ਯੂ ਜੀਸਸ। ਥੈਂਕ ਯੂ ਜੀਸਸ। ਗਲੋਰੀ ਗਲੋਰੀ। ਮਤੀ ਦੀ ਅੰਜੀਲ ਉਹਦਾ 25 ਬਾਬ ਆਪਾਂ ਪਰਮੇਸ਼ਰ ਦੇ ਵਿੱਚੋਂ ਦੇਖਣਾ ਹੈ। ਹਾਲੇਲੂਇਆ। ਥੈਂਕ ਯੂ ਜੀਸਸ। ਮਤੀ 25 ਬਾਬ ਦੀ 36 37 ਸਾਰੀ ਆਪਾਂ ਦੇਖਾਂਗੇ। ਕੰਟੀਨਿਊ। ਥੈਂਕ ਯੂ ਜੀਸਸ। ਗਲੋਰੀ ਗਲੋਰੀ ਗਲੋਰੀ। ਹਾਲੇਲੂਇਆ। ਹਾਲੇਲੂਇਆ। ਆਪਾਂ ਪੜਾਂਗੇ 33 ਤੋਂ ਪੜਾਂਗੇ, 37 ਤੋਂ। ਜਦ ਮਨੁੱਖ ਦਾ ਪੁੱਤਰ
ਜਦ ਮਨੁੱਖ ਦਾ ਪੁੱਤਰ ਆਵੇਗਾ, ਮਿਲਿਆ ਸਾਰਿਆਂ ਨੂੰ? ਹਾਂਜੀ। 31 ਆਇਤ ਤੋਂ ਪੜਾਂਗੇ, ਸੌਰੀ 31 ਤੋਂ। ਜਦ ਮਨੁੱਖ ਦਾ ਪੁੱਤਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ, ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ। ਹਾਲੇਲੂਇਆ। ਮਨੁੱਖ ਦਾ ਪੁੱਤਰ ਕੌਣ ਹੈ ਮੇਰੇ ਜੀਜੋ? ਉਹ ਯਿਸੂ ਮਸੀਹ ਨਾਸਰੀ ਆ ਮੇਰੇ ਜੀਜੋ। ਪ੍ਰਭੂ ਯਿਸੂ ਮਸੀਹ ਨਾਸਰੀ, ਪ੍ਰਭੂ ਦਾ ਪ੍ਰਭੂ, ਰਾਜਾਂ ਦਾ ਰਾਜਾ। ਜਦੋਂ ਉਹ ਆਪਣੇ ਤੇਜ ਦੇ ਨਾਲ ਆਪਣੇ ਦੂਤਾਂ ਦੇ ਸਣੇ ਆਵੇਗਾ ਤਾਂ ਆਪਣੇ ਸਾਰੇ ਤੇਜ ਦੇ ਸਿੰਘਾਸਣ ਉੱਤੇ ਆਣ ਕੇ ਬੈਠੇਗਾ ਮੇਰੇ ਜੀਜੋ। ਹਾਲੇਲੂਇਆ। ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਆ। ਹਾਲੇਲੂਇਆ। ਜਿਹੜੇ ਜਿੰਦਾ ਅਸਮਾਨ ਤੇ ਗਏ ਮੇਰੇ ਜੀਜੋ। ਹਾਲੇਲੂਇਆ। ਉਹ ਹਾਲੇਲੂਇਆ ਬੈਠੇਗਾ ਔਰ ਸਭ ਕੌਮਾਂ ਉਹਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ। ਅਤੇ ਜਿਸ ਤਰ੍ਹਾਂ ਅਜਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰੀਆਂ ਕਰਦਾ ਹੈ, ਉਸੇ ਤਰ੍ਹਾਂ ਉਹ ਉਹਨਾਂ ਨੂੰ ਇੱਕ ਦੂਜੇ ਤੋਂ ਵੱਖਰਾ ਕਰੇਗਾ ਮੇਰੇ ਜੀਜੋ। ਜਦੋਂ ਸਿੰਘਾਸਣ ਦੇ ਉੱਪਰ ਆਣ ਕੇ ਬੈਠ ਜਾਏਗਾ ਤੇ ਸਾਰੀਆਂ ਕੌਮਾਂ, ਪਰਮੇਸ਼ਰ ਦੇ ਵਚਨ 'ਚ ਲਿਖਿਆ, ਇੱਕ ਕੌਮ ਨਹੀਂ, ਸਿਰਫ ਕ੍ਰਿਸਚੀਅਨ ਲੋਕ ਨਹੀਂ ਆ, ਸਿਰਫ ਇੱਕ, ਸਾਰੀਆਂ ਕੌਮਾਂ, ਜਿੰਨੀਆਂ ਵੀ ਕੌਮਾਂ, ਸਾਰੀਆਂ ਜਿਹੜੀਆਂ ਉਹਦੇ ਸਿੰਘਾਸਣ ਦੇ ਅੱਗੇ ਕੀ ਕੀਤੀਆਂ ਜਾਣਗੀਆਂ? ਇਕੱਠੀਆਂ ਕੀਤੀਆਂ ਜਾਣਗੀਆਂ। ਅਤੇ ਜਿਸ ਤਰ੍ਹਾਂ ਅਜਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰੀਆਂ ਕਰ, ਜਿਸ ਤਰ੍ਹਾਂ ਅਜਾਲੀ ਜਿਹੜਾ ਆ ਨਾ, ਜਦੋਂ ਭੇਡਾਂ ਤੇ ਬੱਕਰੀਆਂ ਨੂੰ ਚਾਰਦਾ ਆ ਤੇ ਬੱਕਰੀਆਂ ਨੂੰ ਵੱਖਰੇ ਕਰ ਦਿੰਦਾ ਤੇ ਭੇਡਾਂ ਨੂੰ ਵੱਖਰੇ ਕਰ ਦਿੰਦਾ ਮੇਰੇ ਜੀਜੋ। ਹਾਲੇਲੂਇਆ। ਜਦੋਂ ਉਹ ਲੈ ਕੇ ਆਉਂਦਾ ਚਾਰ ਕੇ, ਉਹਨਾਂ ਨੂੰ ਵੱਖਰਿਆਂ ਕਰਦਾ ਹੈ ਮੇਰੇ ਜੀਜੋ। ਹਾਲੇਲੂਇਆ। ਇਸੇ ਤਰ੍ਹਾਂ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਕਿ ਯਿਸੂ ਮਸੀਹ ਨੇ ਜਦੋਂ ਆਉਣਾ ਆਪਣੇ ਦੂਤਾਂ ਦੇ ਸਣੇ ਤੇ ਆਪਣੇ ਸਿੰਘਾਸਣ ਦੇ ਉੱਪਰ ਬੈਠ ਕੇ ਤੇ ਉਹਨਾਂ ਨੇ ਕੀ ਕਰਨਾ? ਭੇਡਾਂ ਨੂੰ ਬੱਕਰੀਆਂ ਨਾਲ ਵੱਖਰਿਆਂ ਕਰਨਾ ਹੈ ਮੇਰੇ ਜੀਜੋ। ਉਸੇ ਤਰ੍ਹਾਂ ਉਹ ਉਹਨਾਂ ਨੂੰ ਵੀ ਇੱਕ ਦੂਜੇ ਤੋਂ ਵੱਖਰਾ ਕਰੇਗਾ। ਹਾਲੇਲੂਇਆ। ਸਾਰੀਆਂ ਕੌਮਾਂ ਇਕੱਠੀਆਂ ਕੀਤੀਆਂ ਜਾਣਗੀਆਂ ਪਰ ਉਹਨਾਂ ਨੂੰ ਵੱਖਰਿਆਂ ਕਰੇਗਾ। ਹਾਲੇਲੂਇਆ। ਵੱਖਰਿਆਂ ਕਿੱਦਾਂ ਕਰੇਗਾ? ਜਿਹੜੇ ਤਾਂ ਸੱਚਮੁੱਚ ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਬਿਤਾ ਕੇ, ਪਰਮੇਸ਼ਰ ਦੇ ਨਾਲ ਆਪਣੇ ਰੂਹ ਤੇ ਸੱਚਾਈ ਦੇ ਨਾਲ ਭਗਤੀ ਕਰਕੇ, ਪਰਮੇਸ਼ਰ ਦੇ ਹੁਕਮਾਂ ਨੂੰ ਮੰਨ ਕੇ, ਪਵਿੱਤਰਤਾਈ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਕੇ ਮੇਰੇ ਜੀਜੋ ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੇ ਆ, ਪਰਮੇਸ਼ਰ ਉਹਨਾਂ ਨੂੰ ਵੱਖਰਾ ਕਰੇਗਾ, ਸੱਜੇ ਤੇ ਖੱਬੇ ਪਾਸੇ ਕਰੇਗਾ ਮੇਰੇ ਜੀਜੋ। ਹਾਲੇਲੂਇਆ। 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 ਵੱਖਰਾ ਕਰੇਗਾ ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਕਰੇਗਾ। ਜਿਹੜੇ ਬੱਕਰੀਆਂ ਜਿਹੜੀਆਂ ਉਹ ਖੱਬੇ ਪਾਸੇ ਆ ਮੇਰੇ ਜੀਜੋ। ਹਾਲੇਲੂਇਆ। ਜਿਹੜੀਆਂ ਭੇਡਾਂ ਆ ਕੀ ਆ? ਸੱਜੇ ਪਾਸੇ ਆ ਮੇਰੇ ਜੀਜੋ। ਹਾਲੇਲੂਇਆ। ਹਾਲੇਲੂਇਆ। ਸੱਜੇ ਪਾਸੇ ਹੋਣਗੀਆਂ। ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ, ਹਾਲੇਲੂਇਆ, ਜਿਹੜਾ ਰਾਜ ਤੁਹਾਡੇ ਸੰਸਾਰ ਦੇ ਮੋਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ, ਉਸ ਦੇ ਵਾਰਿਸ ਬਣੋ ਮੇਰੇ ਜੀਜੋ। ਹਾਲੇਲੂਇਆ। ਹਾਲੇਲੂਇਆ। ਜਿਹੜਾ ਰਾਜ ਤੁਹਾਡੇ ਲਈ ਲਿਖਿਆ, ਜਿਹੜੇ ਉਹਦੇ ਸੱਜੇ ਪਾਸੇ ਹੋਣਗੇ ਉਹ ਮੇਰੇ ਪਿਤਾ ਦੇ ਮੁਬਾਰਕ ਲੋਗੋ ਆਓ। ਹਾਲੇਲੂਇਆ। ਜਿਹੜੇ ਸੱਜੇ ਪਾਸੇ ਲੋਕ ਹੋਣਗੇ ਮੇਰੇ ਜੀ, ਉਹ ਕਹੂਗਾ ਆਓ ਮੇਰੇ ਪਿਤਾ ਦੇ ਮੁਬਾਰਕ ਲੋਗੋ, ਮੇਰੇ ਸਵਰਗ ਰਾਜ ਦੇ ਵਿੱਚ ਸ਼ਾਮਿਲ ਹੋ ਜਾਓ, ਜਿਹੜਾ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ। ਹਾਲੇਲੂਇਆ। ਅੱਜ ਅਸੀਂ ਹੋਣਾ ਚਾਹੁੰਦੇ ਆ, ਸੱਚਮੁੱਚ ਜੇ ਅਸੀਂ ਹੋਣਾ ਚਾਹੁੰਦੇ ਆ, ਹਾਲੇਲੂਇਆ, ਪਰਮੇਸ਼ਰ ਦੇ ਸਵਰਗ ਰਾਜ ਦੇ ਵਿੱਚ ਜਦੋਂ ਉਹਨੇ ਸਿੰਘਾਸਣ ਦੇ ਉੱਪਰ ਆਣ ਕੇ ਬੈਠਣਾ ਮੇਰੇ ਜੀਜੋ, ਉਹਨਾਂ ਨੇ ਜੋ ਬੱਕਰੀਆਂ ਨੂੰ ਭੇਡਾਂ ਨੂੰ ਵੱਖਰੇ ਕਰਨਾ ਹੈ। ਹਾਲੇਲੂਇਆ। ਮੇਰੇ ਜੀਜੋ ਅਸੀਂ ਸੱਜੇ ਪਾਸੇ ਜਦੋਂ ਅਸੀਂ ਆ ਜਾਣਾ ਮੇਰੇ ਜੀਜੋ, ਅੱਜ ਚਾਹੁੰਦੇ ਅਸੀਂ, ਜੇ ਅਸੀਂ ਚਾਹੁੰਦੇ ਤਾਂ ਅਸੀਂ ਪਰਮੇਸ਼ਰ ਦੇ ਹੁਕਮਾਂ ਨੂੰ ਮੰਨੀਏ ਮੇਰੇ ਵਿੱਚ। ਹਾਲੇ ਜੋ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਉਹਦੇ ਮੁਤਾਬਕ ਆਪਣੀਆਂ ਜ਼ਿੰਦਗੀਆਂ ਗੁਜ਼ਾਰੀਏ, ਪਵਿੱਤਰਤਾਈ ਦੇ ਵਿੱਚ ਆਪਣਾ ਜੀਵਨ ਗੁਜ਼ਾਰੀਏ ਤਾਂ ਮੇਰੇ ਜੀਜੋ ਫੇਰ ਪਰਮੇਸ਼ਰ ਦਾ ਵਾਅਦਾ ਆ ਸਾਡੇ ਨਾਲ। ਹਾਲੇਲੂਇਆ। 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 ਤੇ ਅੱਗੇ ਆਪਾਂ ਲਿਖਾਂਗੇ, ਪੜਾਂਗੇ, ਕਿਉਂ ਜੋ ਮੈਂ ਭੁੱਖਾ ਸਾਂ, ਅੱਗੇ ਪਰਮੇਸ਼ਰ ਵਿੱਚ ਲਿਖਿਆ, ਮੈਂ ਭੁੱਖਾ ਸਾਂ ਤਾਂ ਤੁਸੀਂ ਮੈਨੂੰ ਖਾਣ ਨੂੰ ਦਿੱਤਾ, ਮੈਂ ਧਿਆਇਆ ਸਾਂ ਤਾਂ ਤੁਸੀਂ ਮੈਨੂੰ ਪਿਆਇਆ, ਮੈਂ ਪਰਦੇਸੀ ਤਾਂ ਤੁਸੀਂ ਮੈਨੂੰ ਆਪਣੇ ਘਰ ਵਿੱਚ ਉਤਾਰਿਆ, ਮੈਂ ਨੰਗਾ ਸਾਂ ਔਰ ਤੁਸੀਂ ਮੈਨੂੰ ਪਹਿਨਾਇਆ, ਮੈਂ ਰੋਗੀ ਸਾਂ ਔਰ ਤੁਸੀਂ ਮੇਰੀ ਖਬਰ ਲਈ, ਮੈਂ ਕੈਦ ਵਿੱਚ ਸਾਂ ਤਾਂ ਤੁਸੀਂ ਮੇਰੇ ਕੋਲ ਆਏ। ਤਦ ਧਰਮੀ ਲੋਕ ਉਹਨਾਂ ਨੂੰ ਇਸ ਉੱਤਰ ਦੇਣਗੇ ਵੀ ਪ੍ਰਭੂ ਜੀ, ਅਸਾਂ ਕਦ ਤੈਨੂੰ ਭੁੱਖਾ ਵੇਖਿਆ ਅਤੇ ਖਵਾਇਆ, ਜਾਂ ਧਿਆਇਆ ਅਤੇ ਪਿਆਇਆ, ਤਦ ਅਸਾਂ ਤੈਨੂੰ ਪਰਦੇਸੀ ਵੇਖਿਆ ਅਤੇ ਆਪਣੇ ਘਰ ਦੇ ਵਿੱਚ ਉਤਾਰਿਆ, ਤੇ ਨੰਗਾ ਵੇਖਿਆ ਅਤੇ ਪਹਿਨਾਇਆ, ਕਦ ਅਸਾਂ ਤੈਨੂੰ ਰੋਗੀ ਅਤੇ ਕੈਦੀ ਵੇਖਿਆ ਔਰ ਤੇਰੇ ਕੋਲ ਆਏ। ਤਾਂ ਪਾਤਸ਼ਾਹ ਉਹਨਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਜਦ ਤੁਸੀਂ ਮੇਰੇ ਇਹਨਾਂ ਸਭਨਾਂ ਵਿੱਚੋਂ ਛੋਟੇ ਭਰਾਵਾਂ ਵਿੱਚੋਂ ਇੱਕ ਦੇ ਨਾਲ ਵੀ ਕੀਤਾ ਤਾਂ ਮੇਰੇ ਨਾਲ ਕੀਤਾ। ਹਾਲੇਲੂਇਆ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੇ ਮੰਨਣ ਵਾਲੇ ਲੋਕਾਂ ਦੇ ਲਈ ਕੁਝ ਕਰਦੇ ਹਾਂ, ਜੇ ਅਸੀਂ ਉਹਨਾਂ ਦੀ ਕੋਈ ਭੁੱਖਾ ਹੈ ਤਾਂ ਉਹਨੂੰ ਰੋਟੀ ਖਵਾਉਂਦੇ ਹਾਂ, ਜੇ ਕੋਈ ਬਿਮਾਰ ਹੈ ਤਾਂ ਉਹਦੇ ਲਈ ਅਸੀਂ ਦਵਾਈ ਦਾ ਦਾਰੂ ਦਾ ਪ੍ਰਬੰਧ ਕਰਦੇ ਹਾਂ, ਤਾਂ ਜਾਂ ਕੋਈ ਕਿਸ ਪਰਦੇਸੀ ਹੈ ਤਾਂ ਅਸੀਂ ਉਹਨੂੰ ਘਰ ਦੇ ਵਿੱਚ ਉਤਾਰਦੇ ਹਾਂ। ਮੇਰਾ ਤਾਂ ਸਭ ਕੁਝ ਜਿਹੜਾ ਹੈ ਜੇ ਅਸੀਂ ਕਿਸੇ ਲਈ ਕਰਦੇ ਹਾਂ ਤਾਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਲਈ ਕਰਦੇ ਹਾਂ ਮੇਰੇ ਜੀਜੋ।
ਅਜ਼ਰ ਕਿਹਨੇ ਦੇਣਾ ਹੈ? ਅਜ਼ਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਨੇ ਦੇਣਾ ਮੇਰੇ ਚੀਚੋ। ਉਹ ਕਹਿੰਦੇ ਕਦ ਅਸੀਂ ਤੈਨੂੰ ਭੁੱਖਾ, ਜਿਹੜੇ ਧਰਮੀ ਲੋਕ ਆ ਉਹ ਕਹਿੰਦੇ ਕਿ ਅਸੀਂ ਕਦੋਂ ਤੈਨੂੰ ਖਵਾਇਆ ਤੇ ਕਦੋਂ ਤੈਨੂੰ ਪਰਦੇਸੀ ਦੇਖਿਆ ਤੇ ਕਦੋਂ ਤੈਨੂੰ ਅਸੀਂ ਦਵਾਈ ਦਾਰੂ ਤੇਰਾ ਕੀਤਾ। ਕਹਿੰਦਾ ਜਿਹੜਾ ਮੇਰਾ ਇੱਕ ਛੋਟੇ ਜਿਹੇ ਮੇਰੇ ਮੰਨਣ ਵਾਲੇ ਲੋਕਾਂ ਦੇ ਨਾਲ ਕਰਦਾ ਹੈ ਤਾਂ ਤੁਸੀਂ ਉਹਨਾਂ ਲਈ, ਤੁਸੀਂ ਮੇਰੇ ਲਈ ਕੀਤਾ ਮੇਰੇ ਚੀਚੋ। ਹਾਲੇਲੂਇਆ। ਇੱਕ ਠੰਡੇ ਪਾਣੀ ਦਾ ਗਲਾਸ ਵੀ ਤੁਸੀਂ ਕਹਿੰਦੇ ਪਿਲਾਉਂਦੇ ਆ ਤਾਂ ਉਹਦਾ ਅਜਰ ਵੀ ਕਹਿੰਦਾ ਪਰਮੇਸ਼ਰ ਕਹਿੰਦਾ ਮੈਂ ਨਹੀਂ ਛੱਡਦਾ, ਉਹਦਾ ਅਜਰ ਵੀ ਮੈਂ ਤੁਹਾਨੂੰ ਦਿੰਨਾ ਆ ਮੇਰੇ ਚੀਚੋ। ਹਾਲੇਲੂਇਆ, ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਚਨ ਚੋਂ ਆਪਾਂ ਦੇਖਣਾ ਹੈ ਅੱਗੇ ਇਸੇ ਤਰ੍ਹਾਂ ਜਿਹੜੇ ਖੱਬੇ ਪਾਸੇ ਹੋਣਗੇ ਉਹਨਾਂ ਨੂੰ ਵੀ ਕਹੇਗਾ, ਹੇ ਸਰਾਪੇ ਹੋਇਓ ਮੇਰੇ ਕੋਲੋਂ ਸੰਦੀਪਕ ਅੱਗ ਵਿੱਚ ਚਲੇ ਜਾਓ, ਜਿਹੜੀ ਸ਼ੈਤਾਨ ਅਤੇ ਉਹਦੇ ਦੂਤਾਂ ਲਈ ਤਿਆਰ ਕੀਤੀ ਹੋਈ। ਜਿਹੜੇ ਖੱਬੇ ਪਾਸੇ ਹੋਣਗੇ ਮੇਰੇ ਜੋ ਪਰਮੇਸ਼ਰ ਉਹਨਾਂ ਨੂੰ ਕਹੂਗਾ, ਹੇ ਸਰਾਪੇ ਹੋਏ ਲੋਗੋ, ਹਾਲੇਲੂਇਆ, ਮੇਰੇ ਕੋਲੋਂ ਉਹ ਸੰਦੀਪਕ ਅੱਗ ਦੀ ਵਿੱਚ ਚਲੇ ਜਾਓ, ਜਿਹੜੀ ਸ਼ੈਤਾਨ ਅਤੇ ਉਹਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ ਮੇਰੇ ਜੀ। ਹਾਲੇਲੂਇਆ। ਦੇਖੋ ਜਿਹੜੇ ਖੱਬੇ ਪਾਸੇ ਲੋਕ ਆ, ਸਾਨੂੰ ਸੱਚੇ ਪਾਸੇ ਹੋਣ ਦੀ ਕਿੰਨੀ ਜ਼ਿਆਦਾ ਜ਼ਰੂਰਤ ਆ ਮੇਰੇ ਜੀ। ਹਾਲੇਲੂਇਆ, ਜ਼ਰੂਰਤ ਆ, ਕਿਉਂਕਿ ਸੱਚੇ ਪਾਸੇ ਅਸੀਂ ਪਰਮੇਸ਼ਰ ਦੇ ਸਿੰਘਾਸਨ ਦੇ ਅੱਗੇ ਜਾ ਕੇ ਅਸੀਂ ਬੈਠਾਂਗੇ। ਪਰ ਜਿਹੜੇ ਖੱਬੇ ਪਾਸੇ ਆ ਉਹਨਾਂ ਦੇ ਲਈ ਦੇਖੋ ਪਰਮੇਸ਼ਰ ਦੇ ਵਚਨ ਸਾਫ਼ ਲਿਖਿਆ ਹੈ ਕਿ ਕੀ ਆ ਤੁਸੀਂ ਕੀ ਆ, ਹੇ ਸਰਾਪੇ ਹੋਏ ਮੇਰੇ ਕੋਲੋਂ ਸੰਦੀਪਕ ਅੱਗ ਦੇ ਵਿੱਚ ਚਲੇ ਜਾਓ, ਜਿਹੜੀ ਸ਼ੈਤਾਨ ਅਤੇ ਉਹਦੇ ਦੂਤਾਂ ਲਈ ਤਿਆਰ ਕੀਤੀ ਹੋਈ ਆ। ਕਿਉਂ ਜੋ ਮੈਂ ਭੁੱਖਾ ਸਾਂ ਔਰ ਤੁਸੀਂ ਮੈਨੂੰ ਨਾ ਖਵਾਇਆ, ਮੈਂ ਧਿਆਇਆ ਸਾਂ ਔਰ ਤੁਸੀਂ ਮੈਨੂੰ ਨਾ ਪਿਆਇਆ, ਮੈਂ ਪਰਦੇਸੀ ਸਾਂ ਅਤੇ ਤੁਸੀਂ ਮੈਨੂੰ ਆਪਣੇ ਘਰ ਦੇ ਵਿੱਚ ਨਾ ਉਤਾਰਿਆ, ਨੰਗਾ ਸਾਂ ਅਤੇ ਤੁਸੀਂ ਮੈਨੂੰ ਨਾ ਪਹਿਨਾਇਆ, ਰੋਗੀ ਅਤੇ ਕੈਦੀ ਸਾਂ ਔਰ ਤੁਸੀਂ ਮੇਰੀ ਖਬਰ ਨਾ ਲਈ। ਤਦ ਉਹ ਵੀ ਉੱਤਰ ਦੇਣਗੇ, ਪ੍ਰਭੂ ਜੀ ਕਦ ਅਸੀਂ ਤੈਨੂੰ ਭੁੱਖਾ ਜਾਂ ਧਿਆਇਆ ਦੇਖਿਆ, ਹਾਲੇਲੂਇਆ, ਅਤੇ ਤੇਰੀ ਟਹਿਲ ਕੀਤੀ। ਤਦ ਉਹ ਉਹਨਾਂ ਨੂੰ ਇੱਕ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਵੀ ਜਦ ਤੁਸੀਂ ਇਹਨਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ। ਅਤੇ ਇਹ ਜਿਹੜੀ ਸੰਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸੰਦੀਪਕ ਜੀਵਨ ਵਿੱਚ, ਧਰਮੀ ਲੋਕ ਜਿਹੜੇ ਉਹ ਸੰਦੀਪਕ ਜੀਵਨ ਦੇ ਵਿੱਚ ਜਾਣਗੇ ਮੇਰੇ ਵਿੱਚ। ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਇਹੀ ਸਿੱਖਿਆ ਹੈ ਕਿ ਅਸੀਂ ਹਰ ਇੱਕ ਦਾ ਭਲਾ ਕਰਨਾ ਹੈ, ਨਿੱਜ ਕਰਕੇ ਜਿਹੜੇ ਨਿਹਚਾਵਾਨ ਵਿਸ਼ਵਾਸੀ ਲੋਕੀ ਆ ਉਹਨਾਂ ਦਾ ਭਲਾ ਕਰਨਾ ਸਾਡਾ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਮੇਰੇ ਵਿੱਚ। ਹਾਲੇਲੂਇਆ। ਤਾਂ ਪਰਮੇਸ਼ਰ ਦੀ ਬਰਕਤ ਕਿੱਦਾਂ ਆਉਂਦੀ ਆ ਉਹ ਵੀ ਅੱਜ ਆਪਾਂ ਸਿੱਖਿਆ, ਸਾਰਿਆਂ ਨੇ ਸਿੱਖਿਆ ਕਿ ਪਰਮੇਸ਼ਰ ਦੀ ਬਰਕਤ ਆਉਂਦੀ ਕਿੱਦਾਂ ਹੈ ਘਰ ਦੇ ਵਿੱਚ। ਹਾਲੇਲੂਇਆ। ਸਭ ਤੋਂ ਪਹਿਲਾਂ ਤੁਸੀਂ ਪਰਮੇਸ਼ਰ ਲਈ ਕਰੋ ਤਾਂ ਪਰਮੇਸ਼ਰ ਤੁਹਾਡੇ ਲਈ ਸਭ ਕੁਝ ਕਰੇਗਾ ਮੇਰੇ ਵਿੱਚ। ਹਾਲੇਲੂਇਆ, ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਨਾਲ ਵਚਨਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼। ਆਮੀਨ। ਹਾਲੇਲੂਇਆ।